ਹਉਮੈ ਬੂਝੈ ਤਾਂ ਦਰ ਸੂਝੈ। ਜਿਹੜਾ ਹਉ ਨੂੰ ਬੁੱਝ ਲੈਂਦਾ ਹੈ ਉਹਨੂੰ ਦਰਵਾਜ਼ੇ ਦਾ ਪਤਾ ਲੱਗਣ ਲੱਗ ਜਾਂਦਾ ਹੈ। ਇਵੇਂ ਹੀ ਹੋਇਆ ਹੈ। ਇਸ ਗੁਰਮੁਖ ਪਿਆਰੇ ਨੂੰ ਜਿਨ੍ਹੇ ਆਡੀਓ ਰਿਕਾਰਡਿੰਗ ਰਾਹੀਂ ਆਪਣੇ ਭਾਵ ਨੂੰ ਬਿਆਨ ਕੀਤਾ ਹੈ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਹੈ ਤੇਹਾ ਵੇਖ। ਇਹਦੇ ਭਾਵ ਨੂੰ ਸਮਝਣ ਵਾਸਤੇ ਪਹਿਲਾਂ ਹਉ ਨੂੰ ਬੁੱਝਣਾ ਪਵੇਗਾ। ਤੇ ਜਿਹੜਾ ਹਉ ਨੂੰ ਬੁੱਝਣ ਦੀ ਕੋਸ਼ਿਸ਼ ਕਰਦਾ ਹੈ ਨਾ, ਹਉ ਵੱਲ ਨੂੰ ਆਉਂਦਾ ਹੈ। ਜਿੰਨਾ ਜਿੰਨਾ ਹਉ ਦੇ ਕੋਲ ਆਉਂਦਾ ਹੈ ਤਿਵੇਂ ਤਿਵੇਂ ਹਉ ਮਿਟਦੀ ਜਾਂਦੀ। ਤੇ ਇਸ ਗੁਰਮੁਖ ਪਿਆਰੇ ਦੀ ਮਿਟ ਰਹੀ ਹੈ। ਕਿਉਂਕਿ ਹਉ ਵਾਸਤਵਿਕ ਨਹੀਂ ਹੈ ਨਾ। ਜਿਵੇਂ ਹਨੇਰੇ ਦੇ ਵਿੱਚ ਰੱਸੀ ਸੱਪ ਪ੍ਰਤੀਤ ਹੁੰਦੀ ਹੈ ਦੂਰੋਂ ਦੇਖਿਆ, ਜਿੰਨਾ ਜਿੰਨਾ ਤੁਸੀਂ ਕੋਲੇ ਜਾਓਗੇ ਗੌਰ ਨਾਲ ਦੇਖੋਗੇ ਤਾਂ ਸੱਪ ਵਿਲੀਨ ਹੁੰਦਾ ਜਾਵੇਗਾ, ਰੱਸੀ ਸਾਫ਼ ਹੁੰਦੀ ਜਾਵੇਗੀ। ਬਿਲਕੁਲ ਕੋਲ ਆ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਇੱਥੇ ਸੱਪ ਤਾਂ ਹੈ ਹੀ ਨਹੀਂ, ਮੈਂ ਉਹੀ ਡਰੀ ਜਾ। ਇਵੇਂ ਹੀ ਹਉ ਆ। ਤੁਸੀਂ ਆਪਣੇ ਆਪ ਤੋਂ ਦੂਰ ਜਾ ਰਹੇ ਹੋ, ਬਾਹਰ ਸੰਸਾਰ ਨੂੰ ਬੁੱਝਦੇ ਹੋ। ਤੁਸੀਂ ਹਉ ਨੂੰ ਨਹੀਂ ਨਾ ਬੁੱਝ ਰਹੇ। ਸੰਸਾਰ ਨੂੰ ਜਾਣਦੇ ਹੋ, ਪਰਿਵਾਰ ਨੂੰ ਜਾਣਦੇ ਹੋ, ਰਾਜਨੀਤੀ ਬਾਰੇ ਕਈ ਲੋਕ ਬਹੁਤ ਜਾਣਦੇ ਹਨ ਕੀ ਕੁਛ ਹੋ ਰਿਹਾ ਹੈ। ਸਾਰੇ ਸੰਸਾਰ ਦੀਆਂ ਖਬਰਾਂ ਤੁਸੀਂ ਸੁਣਦੇ ਹੋ, ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹੋ। ਬਾਹਰ ਨੂੰ ਜਾਣ ਰਹੇ ਹੋ, ਬਾਹਰ ਨੂੰ ਨਹੀਂ ਨਾ ਬੁੱਝਣਾ ਹੈ। ਤੇ ਬਾਹਰ ਨੂੰ ਬੁੱਝ ਕੇ ਤੁਹਾਨੂੰ ਮਿਲਦਾ ਵੀ ਕੁਝ ਨਹੀਂ ਹੈ, ਦੁੱਖ ਹੀ ਮਿਲਦੇ ਆ। ਸੰਸਾਰ ਨੂੰ ਜਿੰਨਾ ਸਮਝੋਗੇ ਮਿਲੂਗਾ ਕੀ ਇਹਦੇ ਵਿੱਚ। ਜ਼ਿਆਦਾ ਜਾਣਕਾਰੀ ਹਾਸਲ ਕਰੋਗੇ ਤੇ ਜ਼ਿਆਦਾ ਉਲਝ ਜਾਓਗੇ, ਇੰਨਾ ਕੀ ਫਰਕ ਪਵੇਗਾ। ਤੇ ਜਿਹੜਾ ਹਉ ਨੂੰ ਬੁੱਝਦਾ ਹੈ, ਭਾਵ ਕਿ ਜਿਹੜਾ ਆਪਣੇ ਹਉ ਕਿੱਥੇ ਹੋ ਤੁਸੀਂ? ਤੁਸੀਂ ਕਹਿੰਦੇ ਹੋ ਮੈਂ ਹਾਂ, ਕਿੱਥੇ ਹੋ? ਆਪਣੇ ਅੰਦਰ ਹੀ ਹੋ ਨਾ। ਅੰਦਰ ਨੂੰ ਜਾਵੇਗਾ ਜਿਹੜਾ, ਉਹ ਹੀ ਬੁੱਝੇਗਾ ਨਾ। ਤੇ ਜਿਹਦਾ ਬਾਹਰੋਂ ਧਿਆਨ ਹਟਦਾ ਹੈ ਨਾ ਤੇ ਆਪਣੇ ਅੰਦਰ ਨੂੰ ਜਾਂਦਾ ਹੈ, ਜਿੰਨਾ ਹਉ ਦੇ ਕੋਲ ਜਾਂਦਾ ਹੈ ਓਨੀ ਹੀ ਹਉ ਮਿਟਦੀ ਜਾਂਦੀ। ਇਹ ਬੜੀ ਗਹਿਰੀ ਬੁਝਾਰਤ ਹੈ ਜਿਹੜੀ ਇੱਥੇ ਬਾਬੇ ਨਾਨਕ ਨੇ ਪਾਈ। ਤੁਸੀਂ ਸੋਚਦੇ ਵੀ ਹਉਮੈ ਨੂੰ ਬੁੱਝ ਲਵਾਂਗੇ, ਪਰ ਇਹ ਬੁਝਾਰਤ ਹੈ। ਤੁਸੀਂ ਜਿੰਨਾ ਜਿੰਨਾ ਬੁੱਝੋਗੇ ਓਨੀ ਹਉਮੈ ਖੋਂਦੀ ਜਾਵੇਗੀ, ਮਿਟਦੀ ਜਾਵੇਗੀ। ਕਿਉਂਕਿ ਵਾਸਤਵਿਕ ਨਹੀਂ ਹੈ ਨਾ। ਜਿੰਨਾ ਹਉ ਦੇ ਕੋਲ ਜਾਓਗੇ ਤੁਹਾਨੂੰ ਲੱਗੇਗਾ ਵੀ ਹੈ ਹੀ ਨਹੀਂ, ਹੋਰ ਕੋਲ ਗਏ ਤੁਸੀਂ ਕਹੋਗੇ ਹੋਰ ਹੈ ਨਹੀਂ। ਇੱਦਾਂ ਹੀ ਹੋਇਆ ਨਾ। ਇਹ ਗੁਰਮੁਖ ਪਿਆਰਾ ਰਿਕਾਰਡਿੰਗ ਸੁਣਦਾ ਸੁਣਦਾ ਖੋ ਗਿਆ। ਪਹਿਲਾਂ ਸੁਣਨ ਵਾਲਾ ਖੋ ਗਿਆ, ਫਿਰ ਸੁਣਾਉਣ ਵਾਲਾ ਵੀ ਖੋ ਗਿਆ। ਜਦੋਂ ਮੈਂ ਨਹੀਂ ਰਿਹਾ, ਸੁਣਨ ਵਾਲਾ ਨਹੀਂ ਰਿਹਾ, ਤੇ ਸੁਣਾਉਣ ਵਾਲਾ ਵੀ ਕਿਵੇਂ ਰਹਿ ਜਾਊਗਾ?
ਜੇ ਮੈਂ ਨਹੀਂ ਰਿਹਾ ਤੇ ਤੂੰ ਵੀ ਨਹੀਂ ਰਹਿ ਜਾਂਦਾ, ਜੇ ਤੂੰ ਨਹੀਂ ਰਿਹਾ ਤੇ ਮੈਂ ਵੀ ਨਹੀਂ ਰਹਿ ਜਾਣਾ, ਉੱਥੇ ਇੱਕੋ ਹੀ ਹੋ ਜਾਂਦਾ। ਤੇ ਪ੍ਰੇਮੀ ਆਪਣੀ ਮੈਂ ਨੂੰ ਸਮਰਪਿਤ ਕਰਦਾ। ਹੁਣ ਸਮਰਪਿਤ ਕਿਵੇਂ ਕੀਤੀ? ਸੁਣਨ ਦੇ ਵਿੱਚ ਖਿਆਲ ਰੱਖੋ। ਹੁਣ ਤੁਹਾਨੂੰ ਵੀ ਗੱਲ ਥੋੜ੍ਹੀ ਜਿਹੀ ਸਮਝ ਵਿੱਚ ਆ ਜਾਵੇਗੀ, ਸ਼ਾਇਦ ਜਿਹਨੂੰ ਨਹੀਂ ਆਈ ਹੈ। ਸੁਣਨ ਵਿੱਚ ਇੰਨਾ ਧਿਆਨਸਤ ਹੋ ਗਿਆ, ਇੰਨਾ ਖੋ ਗਿਆ, ਭਿੰਨਤਾ ਮਿਟ ਗਈ, ਖਿਆਲ ਆਪਣਾ ਰਹਿ ਹੀ ਨਹੀਂ ਗਿਆ ਵੀ ਮੈਂ ਉਹਨਾਂ ਤੋਂ ਅਲੱਗਾ ਹਾਂ। ਤੇ ਜਦੋਂ ਮੈਂ ਦਾ ਖਿਆਲ ਮਿਟ ਗਿਆ, ਫਿਰ ਤੂੰ ਦਾ ਖਿਆਲ ਵੀ ਨਹੀਂ ਰਹਿ ਜਾਂਦਾ, ਉੱਥੇ ਫਿਰ ਇੱਕੋ ਹੀ ਹੋ ਜਾਂਦਾ। ਪਰ ਉੱਥੇ ਪਤਾ ਵੀ ਨਹੀਂ ਲੱਗਦਾ। ਇਹਨੂੰ ਪਤਾ ਥੋੜ੍ਹੀ ਲੱਗਾ ਹੈ। ਜਦੋਂ ਉੱਠਿਆ, ਉੱਠ ਕੇ ਬਾਅਦ ਵਿੱਚ ਕਹਿੰਦਾ ਮੈਂ ਸੋਚਿਆ ਵੀ ਉਹ ਕੀ ਹੋਇਆ ਸੀ। ਸੋਚਣ ਨਾਲ ਵੀ ਪਤਾ ਨਹੀਂ ਲੱਗਾ ਹੈ ਉਹਦਾ ਕੀ ਸੀ, ਪਰ ਉਹਨੂੰ ਤੁਸੀਂ ਜਾਣ ਨਹੀਂ ਸਕਦੇ ਹੋ ਬੁੱਧੀ ਦੁਆਰਾ। ਉਹ ਕੁਛ ਐਸਾ ਹੈ, ਪਰ ਹੈ ਬਹੁਤ ਆਨੰਦਮਈ, ਕਿਉਂਕਿ ਉਹਦੇ ਵਿੱਚ ਸਮਾਂ ਨਹੀਂ ਹੁੰਦਾ, ਵਕਤ ਨਹੀਂ ਹੁੰਦਾ, ਕਿਉਂਕਿ ਮਨ ਹੀ ਨਹੀਂ ਹੁੰਦਾ। ਜਿੱਥੇ ਮਨ ਨਹੀਂ ਹੈ ਉੱਥੇ ਸਮਾਂ ਵੀ ਨਹੀਂ ਹੈ। ਤੇ ਜਦੋਂ ਮੈਂ ਨਹੀਂ ਹੋਵੇਗੀ ਤੇ ਪਤਾ ਕੌਣ ਕਰੇਗਾ? ਪਤਾ ਨਹੀਂ ਨਾ ਲੱਗਦਾ। ਤੇ ਜਦੋਂ ਇਹ ਉੱਠਿਆ ਵੀ, ਇਹ ਕਹਿੰਦਾ ਖੜਕਾ ਹੋਇਆ, ਮੈਂ ਫਟਾਫਟ ਉੱਠਿਆ। ਉੱਠ ਕੇ ਇੱਕਦਮ ਸਮਝ ਨਹੀਂ ਪਾਇਆ ਚਾਰ ਚੁਫੇਰਾ ਕੀ ਹੈ। ਜਿਵੇਂ ਤੁਸੀਂ ਗਹਿਰੀ ਨੀਂਦ ਤੋਂ ਇੱਕਦਮ ਬਾਹਰ ਆ ਜਾਓ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਹੈ ਤੁਸੀਂ ਕਿੱਥੇ ਹੋ, ਕੌਣ ਹੋ, ਆਲੇ ਦੁਆਲੇ ਕੀ ਹੈ, ਸਿਆਣਦੇ ਨਹੀਂ। ਇੱਦਾਂ ਹੀ ਹੋਇਆ। ਇਹਨੇ ਆਪਣੀ ਘਰ ਵਾਲੀ ਨੂੰ ਨਹੀਂ ਸਿਆਣਿਆ। ਉਹਨੂੰ ਪੁੱਛਦਾ ਤੂੰ ਕੌਣ ਹੈ? ਖਿਆਲ ਨਹੀਂ ਨਾ ਰਿਹਾ, ਆਪਣਾ ਨਹੀਂ ਖਿਆਲ ਰਿਹਾ। ਫਿਰ ਹੌਲੀ ਹੌਲੀ ਸੰਭਲ ਗਿਆ, ਬੁੱਧੀ ਦੇ ਨਾਲ ਅਟੈਚਮੈਂਟ ਹੋ ਗਈ, ਵਿਚਾਰ ਚੱਲ ਪਏ। ਫਿਰ ਸਮਝਣ ਦੀ ਕੋਸ਼ਿਸ਼ ਵੀ ਕੀਤੀ, ਫਿਰ ਸਮਝ ਵਿੱਚ ਤੇ ਕੁਝ ਆਇਆ ਨਹੀਂ। ਫਿਰ ਜਿਹੜੀ ਦੂਸਰੀ ਘਟਨਾ ਇਹਨੇ ਕਹੀ ਹੀ ਹੈ ਵੀ ਮੈਨੂੰ ਇਉਂ ਪ੍ਰਤੀਤ ਹੋਇਆ ਵੀ ਜਿਵੇਂ ਸਭ ਕੁਛ ਮਿਟ ਗਿਆ ਹੈ, ਸਮੇਂ ਵੀ ਨਹੀਂ ਰਹਿ ਗਿਆ, ਬਿਲਕੁਲ ਥਿਰ ਹੈ, ਪੂਰਨ ਸੰਤੁਸ਼ਟੀ ਹੈ, ਤ੍ਰਿਪਤੀ ਹੈ। ਇਹ ਉਹ ਜਿਹੜੀ ਪਹਿਲਾਂ ਘਟਨਾ ਘਟੀ ਸੀ ਨਾ, ਉਹਦੇ ਨਾਲੋਂ ਭਿੰਨ ਹੈ। ਕਿਉਂਕਿ ਪਹਿਲੀ ਘਟਨਾ ਦੇ ਵਿੱਚ ਤੂੰ ਮੂਰਛਿਤ ਹੋ ਗਿਆ ਸੀ। ਜਿਵੇਂ ਗਹਿਰੀ ਨੀਂਦ ਦੇ ਵਿੱਚ ਆਦਮੀ ਮੂਰਛਿਤ ਹੁੰਦਾ ਹੈ, ਉਦੋਂ ਮਨ ਵੀ ਨਹੀਂ ਚੱਲਦਾ, ਬੁੱਧੀ ਵੀ ਨਹੀਂ ਚੱਲਦੀ, ਪਰ ਸਮਝ ਵੀ ਨਹੀਂ ਹੁੰਦੀ। ਇਹ ਜਿਹੜੀ ਪਹਿਲੀ ਘਟਨਾ ਸੀ, ਐਸੀ ਘਟਨਾ ਬਹੁਤੇ ਲੋਕਾਂ ਨੂੰ ਘਟਦੀ ਹੈ। ਉਹ ਮੂਰਛਿਤ ਹੋ ਜਾਂਦੇ ਜਾਂ ਗਹਿਰੀ ਨੀਂਦ ਹੀ ਚਲੇ ਜਾਂਦੇ। ਬਾਅਦ ਵਿੱਚ ਉੱਠ ਕੇ ਉਹਨਾਂ ਨੂੰ ਖਿਆਲ ਵਿੱਚ ਆਉਂਦਾ ਵੀ ਕੀ ਸੀ। ਪਰ ਜਿਹੜੀ ਦੂਸਰੀ ਘਟਨਾ ਹੈ ਨਾ, ਜਾਗਦੇ ਜਾਗਦੇ ਸੁਚੇਤ ਅਵਸਥਾ ਦੇ ਵਿੱਚ ਘਟੀ, ਇਹ ਵਾਸਤਵਿਕ ਹੈ। ਕਿਉਂਕਿ ਇਸ ਅਵਸਥਾ ਦੇ ਵਿੱਚ ਤੂੰ ਪੂਰਾ ਜਾਗਦਾ ਸੀ। ਤੂੰ ਦੇਖ ਰਿਹਾ ਸੀ ਕਿ ਸਭ ਕੁਛ ਠਹਿਰਿਆ ਹੋਇਆ ਹੈ, ਜਿਵੇਂ ਮੰਜ਼ਿਲ 'ਤੇ ਮੈਂ ਪਹੁੰਚ ਗਿਆ ਹਾਂ। ਬਿਲਕੁਲ ਤ੍ਰਿਪਤੀ ਹੈ, ਸੰਤੁਸ਼ਟੀ ਹੈ, ਸ਼ਾਂਤ ਹੈ, ਕੋਈ ਸਮੇਂ ਨਹੀਂ ਹੈ, ਬਿਲਕੁਲ ਸੁਤੰਤਰਤਾ ਹੈ, ਆਜ਼ਾਦੀ ਹੈ, ਜਿਵੇਂ ਮੈਂ ਹੀ ਮੈਂ ਹਾਂ ਸਾਰੇ ਆਕਾਸ਼ ਦੇ ਵਿੱਚ। ਇਹੋ ਜਿਹਾ ਅਨੁਭਵ ਹੁੰਦਾ ਹੈ।
ਇਹ ਥੋੜ੍ਹਾ ਜਿਹਾ ਦਰਵਾਜ਼ਾ ਖੁੱਲ੍ਹਾ ਤੇ ਥੋੜ੍ਹਾ ਜਿਹਾ ਝਾਕਿਆ, ਕਹਿੰਦਾ ਕੁਛ ਕੁ ਸਕਿੰਟ ਹੀ ਇੱਦਾਂ ਹੋਇਆ ਤੇ ਹੈ ਬਹੁਤ ਅਲੌਕਿਕ। ਤੇ ਥੋੜ੍ਹੀ ਜਿਹੀ ਝਲਕ ਮਿਲੀ ਉਸ ਦਰ ਦੀ, ਜਿਹੜੇ ਦਰ ਦੀ ਬਾਬੇ ਨਾਨਕ ਨੇ ਗੱਲ ਕੀਤੀ ਹੈ ਨਾ, ਹਉਮੈ ਬੂਝੇ ਤਾਂ ਦਰ ਸੂਝੇ। ਤੇ ਥੋੜ੍ਹਾ ਜਿਹਾ ਦਰਵਾਜ਼ਾ ਖੁੱਲ੍ਹਾ ਤੇ ਇਸ ਗੁਰਮੁਖ ਪਿਆਰੇ ਨੇ ਝਾਕਿਆ ਹੈ। ਉਸ ਦਰਵਾਜ਼ੇ ਥਾਣੀ ਖੁੱਲ੍ਹਾ ਆਕਾਸ਼, ਜਿਵੇਂ ਕੋਈ ਇੱਕ ਕਮਰੇ ਦੇ ਵਿੱਚ ਬੰਦ ਹੋਵੇ, ਸਦੀਆਂ ਤੋਂ ਹੀ ਕਾਲ ਕੋਠੜੀ ਦੇ ਵਿੱਚ ਬੰਦ ਹੋਵੇ, ਤੇ ਕੋਈ ਇੱਕ ਖਿੜਕੀ ਉਹਦੀ ਖੁੱਲ੍ਹ ਜਾਵੇ ਆਕਾਸ਼ ਵੱਲ ਨੂੰ, ਤੇ ਉਹ ਦੇਖੇ ਖੁੱਲ੍ਹੇ ਆਕਾਸ਼ ਨੂੰ, ਵਿਰਾਟ, ਕਦੇ ਦੇਖਿਆ ਹੀ ਨਹੀਂ ਸੀ। ਕਿੰਨਾ ਸੁੰਦਰ ਨਾ ਲੱਗਦਾ ਹੋਊਗਾ ਉਹਨੂੰ। ਸਦੀਆਂ ਤੋਂ ਬਾਅਦ ਆਪਾਂ ਦੇਖੀਏ ਤਾਂ ਤਾਰਿਆਂ ਨਾਲ ਭਰਿਆ ਹੋਇਆ, ਚੰਦ ਦੀ ਚਾਂਦਨੀ, ਸੂਰਜ ਦਾ ਪ੍ਰਕਾਸ਼, ਇਹ ਪੰਛੀਆਂ ਦੇ ਗੀਤ, ਇਹ ਦਰਖਤਾਂ ਦੀ ਸਨਸਨਾਹਟ, ਉਹ ਤੇ ਮੰਤਰਮੁਗਧ ਹੋ ਜਾਂਦਾ ਹੈ। ਪਰ ਇਹ ਜਿਹੜਾ ਆਕਾਸ਼ ਹੈ, ਇਹਨੂੰ ਤੇ ਜਿਹੜਾ ਦੇਖ ਲਵੇ ਤੇ ਉਹ ਭੁੱਲਦਾ ਹੀ ਨਹੀਂ ਹੈ, ਕਿਉਂਕਿ ਇਹ ਘਟਨਾ ਹੀ ਐਸੀ। ਜਨਮਾਂ ਜਨਮਾਂਤਰਾਂ ਤੋਂ ਨਹੀਂ ਦੇਖਿਆ ਹੈ ਉਸ ਆਕਾਸ਼ ਨੂੰ, ਅੱਜ ਪਹਿਲੀ ਦਫਾ ਅੱਖ ਖੁੱਲ੍ਹੀ, ਜਿਵੇਂ ਛੋਟਾ ਬੱਚਾ ਦੇਖਦਾ ਹੈ ਪਹਿਲੀ ਦਫਾ, ਇੱਦਾਂ ਦੇਖਿਆ ਹੋਵੇਗਾ। ਸਭ ਕੁਛ ਠਹਿਰਿਆ, ਸੰਤੁਸ਼ਟ, ਤ੍ਰਿਪਤ। ਪਰ ਖਿਆਲ ਵਿੱਚ ਰੱਖਣਾ ਹੈ, ਇਹਦੀ ਵਾਸ਼ਨਾ ਨਹੀਂ ਬਣਾਉਣੀ। ਐਸੀਆਂ ਘਟਨਾਵਾਂ ਫਿਰ ਘਟਣਗੀਆਂ, ਵਾਰ-ਵਾਰ ਘਟਣਗੀਆਂ, ਕਿਉਂਕਿ ਪਹਿਲ ਇੱਕਦਮ ਪੂਰਾ ਦਰਵਾਜ਼ਾ ਨਹੀਂ ਖੁੱਲ੍ਹ ਜਾਂਦਾ ਹੈ। ਥੋੜ੍ਹੀਆਂ ਥੋੜ੍ਹੀਆਂ ਝਲਕਾਂ ਮਿਲਦੀਆਂ, ਪਰ ਜਿਹੜੀ ਥੋੜ੍ਹੀ ਝਲਕ ਹੈ ਨਾ, ਉਹਦੇ ਦੁਆਰਾ ਹੀ ਆਪਾਂ ਨੂੰ ਪਤਾ ਲੱਗਦਾ ਹੈ। ਜਿਵੇਂ ਕਹਿ ਦਿੰਦੇ ਨਾ, ਉਹ ਰਸ ਆਵਾ ਤਾਂ ਇਹ ਰਸ ਨਹੀਂ ਪਾਵਾ। ਇਹ ਬਸ ਥੋੜ੍ਹੀ ਜਿਹੀ ਝਲਕ ਦਾ ਜਿਹੜਾ ਰਸ ਹੈ ਨਾ, ਇਹ ਹੋਰ ਝਲਕਾਂ ਵਾਸਤੇ ਤਿਆਰ ਕਰੇਗਾ। ਫਿਰ ਉਹ ਪੂਰਨ ਤ੍ਰਿਪਤੀ ਕੌਣ ਨਹੀਂ ਚਾਹੁੰਦਾ ਹੈ? ਪੂਰਨ ਸੰਤੁਸ਼ਟੀ, ਉਹ ਆਨੰਦ, ਮੁਕਤੀ ਦਾ ਰਸ ਕੈਸਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਆਕਾਂਸ਼ਾ ਪੈਦਾ ਹੁੰਦੀ ਹੈ, ਪਰ ਖਿਆਲ ਵਿੱਚ ਰੱਖਣਾ, ਇਹਨੂੰ ਆਕਾਂਸ਼ਾ ਨਹੀਂ ਬਣਾਉਣਾ ਹੈ, ਵਾਸ਼ਨਾ ਨਹੀਂ ਬਣਾਉਣਾ ਹੈ। ਇਹ ਪ੍ਰਭੂ ਦੀ ਕਿਰਪਾ ਸਮਝਣੀ ਹੈ, ਨਹੀਂ ਤਾਂ ਇੱਥੇ ਰੁਕਾਵਟ ਪੈ ਸਕਦੀ ਹੈ, ਬਹੁਤੇ ਨੂੰ ਪੈਂਦੀ ਹੈ। ਖਿਆਲ ਵਿੱਚ ਰੱਖੋ, ਬਹੁਤੇ ਸਾਧਕਾਂ ਨੂੰ ਇੱਦਾਂ ਦੀਆਂ ਝਲਕਾਂ ਮਿਲ ਜਾਂਦੀਆਂ ਹਨ, ਆਕਾਸ਼ ਦੀਆਂ, ਪ੍ਰਕਾਸ਼ ਦੀਆਂ, ਹੋਰ ਬਹੁਤ ਢੰਗ ਦੀਆਂ ਝਲਕਾਂ ਮਿਲਦੀਆਂ ਹਨ, ਤੇ ਬੜੇ ਮੰਤਰਮੁਗਧ ਹੋ ਜਾਂਦੇ ਹਨ। ਬਹੁਤ ਅਲੌਕਿਕ ਹੁੰਦੀ ਹੈ, ਆਨੰਦਮਈ ਹੁੰਦੀ ਹੈ, ਰਸਦਾਇਕ ਹੁੰਦੀ ਹੈ, ਪਰ ਉਹਦੀ ਵਾਸ਼ਨਾ ਬਣਾ ਲੈਂਦੇ ਹਨ। ਫਿਰ ਉਹ ਸੋਚਦੇ ਹਨ ਵੀ ਸਾਡੇ ਕਾਰਨ ਹੋ ਰਿਹਾ ਹੈ, ਮੇਰੇ ਕਾਰਨ, ਮੇਰੀ ਸਾਧਨਾ ਦੇ ਕਾਰਨ, ਤਪੱਸਿਆ ਕਾਰਨ ਹੋ ਰਿਹਾ। ਅਗਰ ਮੇਰੇ ਕਾਰਨ ਹੋ ਰਿਹਾ ਤਾਂ ਫਿਰ ਦੁਬਾਰਾ ਹੋਵੇਗਾ ਨਾ, ਕਿਉਂਕਿ ਮੈਂ ਆ ਗਈ ਨਾ। ਜਿਹੜੇ ਆਪਣੇ ਆਪ ਸਾਧਕ ਲੱਗੇ ਹੋਏ ਹਨ, ਉਹ ਇੱਥੇ ਹੀ ਰੁਕ ਜਾਂਦੇ ਹਨ ਜ਼ਿਆਦਾਤਰ, ਕਿਉਂਕਿ ਉੱਥੇ ਮੈਂ ਆ ਗਈ। ਮੈਂ ਦੇਖਿਆ ਕੁਝ, ਮੈਂ ਮਾਣਿਆ, ਮੈਂ ਜਾਣਿਆ, ਮੈਂ ਸਮਝ ਲਿਆ, ਮੈਂ ਪਹੁੰਚ ਗਿਆ। ਮੈਂ ਆ ਗਈ ਵਿੱਚ, ਤੇ ਦੁਬਾਰਾ ਕੁਛ ਹੋਵੇਗਾ ਹੀ ਨਹੀਂ। ਫਿਰ ਹਉ ਆ ਗਈ, ਹਉ ਦਾ ਪਰਦਾ ਆ ਗਿਆ, ਫਿਰ ਪਿੱਛੇ ਨੂੰ ਆ ਗਿਆ। ਕਹਿੰਦੇ ਹਨ ਨਾ, ਰਿਸ਼ੀ ਮੁਨੀ ਡਿੱਗ ਪੈਂਦੇ ਹਨ,
ਇੱਦਾਂ ਹੀ ਡਿੱਗਦੇ ਹਨ। ਕੋਈ ਝਲਕ ਮਿਲ ਗਈ ਤਾਂ ਉਹਦੀ ਫਿਰ ਵਾਸ਼ਨਾ ਬਣਾਉਂਦੇ ਹਨ ਵੀ ਸਾਡੀ ਤਪੱਸਿਆ ਦੁਆਰਾ ਮਿਲੀ, ਅਸੀਂ ਤਪੱਸਿਆ ਜੋ ਇੰਨੀ ਕੀਤੀ ਤਾਂ ਹੀ ਹੋਇਆ ਸਾਰਾ ਕੁਝ। ਤਾਂ ਉੱਥੇ ਫਿਰ ਪਿੱਛੇ ਡਿੱਗਣਾ ਹੋ ਜਾਂਦਾ ਹੈ। ਤੇ ਜਿਹੜਾ ਗੁਰਮੁਖ ਪਿਆਰਾ ਹੈ ਨਾ, ਉਹ ਕਹਿੰਦਾ ਨਹੀਂ ਮੇਰੇ ਦੁਆਰਾ ਨਹੀਂ ਹੋਇਆ ਹੈ ਕੁਛ ਵੀ, ਇਹ ਤੇ ਕਿਰਪਾ ਹੋਈ, ਬਖਸ਼ਿਸ਼ ਹੋਈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਣ। ਤਾਂ ਹੀ ਹੋਇਆ ਸਭ ਕੁਛ, ਮੇਰੇ ਦੁਆਰਾ ਥੋੜ੍ਹੀ ਹੋਇਆ, ਮੈਂ ਥੋੜ੍ਹੀ ਕਰਨ ਵਾਲਾ। ਤੇ ਜਦੋਂ ਮੈਂ ਨਾ ਵਿੱਚ ਆਵੇਗੀ ਨਾ, ਤੁਸੀਂ ਮੈਂ ਨੂੰ ਸਾਈਡ 'ਤੇ ਹੀ ਰੱਖੋਗੇ, ਸਮਰਪਿਤ ਕਰਕੇ ਰੱਖੋਗੇ ਵੀ ਮੇਰੇ ਦੁਆਰਾ ਕੁਛ ਨਹੀਂ ਹੋ ਸਕਦਾ, ਮੈਂ ਕੁਛ ਨਹੀਂ ਕਰ ਸਕਦਾ, ਮੈਂ ਕਰ ਨਹੀਂ ਰਿਹਾ ਹਾਂ ਕੁਝ, ਤੇ ਕਿਰਪਾ ਦੁਆਰਾ ਹੋ ਰਿਹਾ ਹੈ। ਤੇ ਕਿਰਪਾ ਦੁਆਰਾ ਹੋਰ ਵੀ ਬਹੁਤ ਕੁਛ ਹੋਵੇਗਾ, ਬਹੁਤ ਕਵਾੜ ਖੁੱਲ੍ਹਣਗੇ, ਬਹੁਤ ਰਹੱਸਮਈ ਦਰਵਾਜ਼ੇ ਖੁੱਲ੍ਹਣਗੇ। ਇੱਕ ਰਹੱਸਮਈ ਦਰਵਾਜ਼ੇ ਨਹੀਂ ਹਨ, ਜਿੰਨੇ ਤੁਸੀਂ ਅੱਗੇ ਚੱਲੇ ਗਏ ਹੋਰ ਦਰਵਾਜ਼ੇ ਹਨ, ਹੋਰ ਦਰਵਾਜ਼ੇ। ਰਹੱਸ ਹੀ ਰਹੱਸ ਹੈ ਪਰਮਾਤਮਾ, ਰਹੱਸਮਈ ਹੈ ਪਰਮਾਤਮਾ। ਤਦੇ ਕਿਹਾ ਹੈ ਨਾ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਭੁਲਾਏ। ਰਹੱਸ ਤੇ ਬਹੁਤ ਰਹੱਸ ਦੇ ਦਰਵਾਜ਼ੇ ਖੁੱਲ੍ਹਣਗੇ। ਤੇ ਜਿਹਨੂੰ ਦੇਖਦੇ ਹਨ ਨਾ ਪ੍ਰਭੂ ਦੇ ਪਿਆਰੇ, ਤੇ ਆਸ਼ਚਰਯਚਕਿਤ ਹੋ ਜਾਂਦੇ ਹਨ, ਹੈਰਾਨ ਹੋ ਜਾਂਦੇ। ਐਸਾ ਕਦੇ ਦੇਖਿਆ ਨਹੀਂ। ਸੁਧ ਕੀ ਨਾ ਸੁਧ ਰਹੀ, ਬੁੱਧ ਮੇਂ ਨਾ ਬੁੱਧ ਰਹੀ, ਮਤ ਮੇਂ ਨਾ ਮਤ ਹੈ। ਸਭ ਕੁਛ ਭੁੱਲ ਜਾਂਦਾ ਹੈ ਜਦੋਂ ਉਹ ਵਿਰਾਟ ਸਾਹਮਣੇ ਆਉਂਦਾ ਹੈ। ਅਦਭੁਤ ਹੈ, ਵਿਸਮਈ ਹੈ, ਆਨੰਦਮਈ ਹੈ।